ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਆਪਣੀ ਕਲਾਸ 9th ਜਿਸ ਵਿੱਚ ਅਸੀਂ ਕਰ ਰਹੇ ਹਾਂ ਆਪਣੇ ਸਤੰਬਰ ਟੈਸਟ ਦੀ ਰਿਵੀਜ਼ਨ ਜਿਸ ਵਿੱਚੋਂ ਸਾਡੇ ਜੁਲਾਈ ਅਗਸਤ ਦੇ ਸਿਲੇਬਸ ਵਿੱਚੋਂ 75% ਜਿਹੜਾ ਸਾਡਾ ਨੰਬਰਾਂ ਦਾ ਜਿਹੜਾ ਟੈਸਟ ਹੋ ਆਵੇਗਾ ਅਤੇ 25% ਜਿਹੜਾ ਸਾਡਾ ਹੈ ਉਹ ਅਪ੍ਰੈਲ ਮਈ ਦੇ ਸਿਲੇਬਸ ਵਿੱਚੋਂ ਹੋਵੇਗਾ। ਸੋ ਅੱਜ ਦਾ ਸਾਡਾ ਚੈਪਟਰ ਹੈ 12th ਜਿਸ ਦਾ ਨਾਮ ਹੈ ਹੀਰੋ ਸੂਤਰ ਹੀਰੋਨਸ ਫਾਰਮੂਲਾ। ਸੋ ਜਿਹਦਾ ਪਹਿਲਾ ਕੁਐਸਚਨ ਹੈ ਸਾਡੇ ਕੋਲ ਦੋ ਬਿੰਦੂਆਂ ਦੇ ਵਿਚਕਾਰ ਸਿੱਧੀ ਰੇਖਾ ਨੂੰ ਰੇਖਾਖੰਡ ਕਿਹਾ ਜਾਂਦਾ ਹੈ। ਸੋ ਸਟ੍ਰੇਟ ਲਾਈਨ ਬਿਟਵੀਨ ਟੂ ਪੁਆਇੰਟਸ ਇਜ਼ ਕਾਲਡ ਲਾਈਨ ਸੈਗਮੈਂਟ। ਸੋ ਦੇਖੋ ਸਾਨੂੰ ਸਭ ਤੋਂ ਪਹਿਲਾਂ ਕੀ ਹੈ, ਇੱਕ ਸਟ੍ਰੇਟ ਲਾਈਨ ਹੈ। ਸੋ ਬਿਟਵੀਨ ਟੂ ਪੁਆਇੰਟਸ, ਸੋ ਦੇਖੋ ਸਾਡੇ ਕੋਲ ਇੱਥੇ ਦੋ ਪੁਆਇੰਟਸ ਬਣ ਗਏ, ਦੋ ਪੁਆਇੰਟਸ ਬਣਾ ਲਏ ਅਸੀਂ। ਸੋ ਧਿਆਨ ਦੇਣਾ ਕਿ ਸਾਰੇ ਦਾ ਸਾਰਾ ਖੇਡ ਜਾਂ ਗੇਮ ਜਿਹੜੀ ਹੈ ਸਾਡੇ ਕੋਲ ਸਿਰਫ 2 ਪੁਆਇੰਟਸ 'ਤੇ ਹੀ ਸਾਡੇ ਕੋਲ ਆਉਂਦੀ ਹੈ। ਸੋ ਦੋ ਪੁਆਇੰਟਸ ਜਿਹੜੇ ਸਾਡੇ ਕੋਲ ਹਨ, ਇਹਨਾਂ ਦੇ ਵਿੱਚ ਸਾਡੇ ਕੋਲ ਇਸ ਤਰ੍ਹਾਂ ਇੱਕ ਲਾਈਨ ਬਣ ਗਈ, ਠੀਕ ਆ। ਸੋ ਹੁਣ ਇਹ ਲਾਈਨ ਕੀ ਹੋ ਗਈ, ਫਿਕਸਡ ਹੋ ਗਈ ਸਾਡੇ ਕੋਲ। ਨਾ ਤਾਂ ਅਸੀਂ ਇਸ ਨੂੰ ਰਾਈਟ ਸਾਈਡ 'ਤੇ ਵਧਾ ਸਕਦੇ ਹਾਂ, ਨਾ ਹੀ ਅਸੀਂ ਇਸ ਨੂੰ ਲੈਫਟ ਸਾਈਡ 'ਤੇ ਵਧਾ ਸਕਦੇ ਹਾਂ, ਠੀਕ ਹੈ। ਸੋ ਦੋਵਾਂ ਸਾਈਡ 'ਤੇ ਨਹੀਂ ਵਧਾਇਆ ਜਾ ਸਕਦਾ, ਇਸ ਲਈ ਇਸ ਨੂੰ ਅਸੀਂ ਕੀ ਬੋਲਦੇ ਹਾਂ, ਲਾਈਨ ਸੈਗਮੈਂਟ ਜਾਂ ਰੇਖਾ ਖੰਡ। ਸੋ ਇਹ ਸਾਡਾ ਕੀ ਹੋਇਆ, ਸਹੀ, ਟਰੂ। ਸੈਕਿੰਡ ਹੈ ਸਾਡਾ, ਤਿੰਨ ਰੇਖੀ ਖੰਡਾਂ ਤੋਂ ਬਣੀ ਬੰਦ ਆਕ੍ਰਿਤੀ ਨੂੰ ਡੈਸ਼ ਕਹਿੰਦੇ ਹਨ। ਸੋ ਧਿਆਨ ਨਾਲ ਸਮਝੋ, ਤਿੰਨ ਰੇਖੀ ਖੰਡ ਤੋਂ ਬਣੀ ਬੰਦ ਆਕ੍ਰਿਤੀ, ਹੁਣ ਦੇਖਦੇ ਇੰਗਲਿਸ਼ ਵਿੱਚ ਇਹ ਕਲੋਜ਼ਡ ਮਤਲਬ ਕਿ ਬੰਦ ਫਿਗਰ ਹੋ ਗਈ ਸਾਡੀ ਆਕ੍ਰਿਤੀ, ਮੇਡ ਅਪ ਆਫ 3 ਲਾਈਨ ਸੈਗਮੈਂਟ। ਤੋਂ 3 ਲਾਈਨ ਸੈਗਮੈਂਟ ਹਨ, ਇਜ਼ ਕਾਲਡ ਕੀ ਕਹਿੰਦੇ ਅਸੀਂ ਉਹਨੂੰ। ਸੋ ਧਿਆਨ ਨਾਲ ਸਮਝੋ, ਸਾਡੇ ਕੋਲ ਹੋ ਗਏ ਤਿੰਨ ਰੇਖੀ ਖੰਡ, ਇੱਕ ਰੇਖਾ ਖੰਡ ਸਾਡੇ ਕੋਲ ਇਹ ਹੋ ਗਿਆ, ਦੂਸਰਾ ਰੇਖਾ ਖੰਡ ਸਾਡੇ ਕੋਲ ਇਹ ਨੀਚੇ ਹੋ ਗਿਆ, ਸਾਡੇ ਕੋਲ ਦੋ ਰੇਖਾ ਖੰਡ ਹੋ ਗਏ, ਤੀਸਰਾ ਰੇਖਾ ਖੰਡ ਸਾਡੇ ਕੋਲ ਇਹ ਬਣ ਗਿਆ, ਤਿੰਨ ਰੇਖਾ ਖੰਡ ਹੋ ਗਏ ਸਾਡੇ ਕੋਲ। ਸੋ ਦੇਖੋ ਸਾਡੇ ਕੋਲ ਇੱਕ ਬੰਦ ਆਕ੍ਰਿਤੀ ਬਣ ਗਈ। ਕੀ ਬਣ ਗਈ ਇਹ, ਇਸ ਨੂੰ ਅਸੀਂ ਕੀ ਬੋਲਦੇ ਹਾਂ, ਟਰਾਇੰਗਲ ਜਾਂ ਫਿਰ ਤ੍ਰੈਭੁਜ। ਇਸ ਨੂੰ ਅਸੀਂ ਕਹਿੰਦੇ ਹਾਂ ਤ੍ਰੈਭੁਜ ਜਾਂ ਫਿਰ ਅਸੀਂ ਲਿਖਾਂਗੇ ਟਰਾਇੰਗਲ। ਸੋ ਧਿਆਨ ਰੱਖਿਆ ਜਾਵੇ ਕਿ ਇਸ ਕਲਾਸ ਨੂੰ ਵੇਖਣ ਤੋਂ ਪਹਿਲਾਂ, ਇਹ ਜਿਹੜੀ ਰਿਵੀਜ਼ਨ ਵਾਲੀ ਕਲਾਸ ਹੈ ਸਾਡੀ, ਪਹਿਲਾਂ ਜੋ ਅਸੀਂ ਚੈਪਟਰ 12 ਦੀ ਕਲਾਸ ਦੀ ਇੰਟਰੋਡਕਸ਼ਨ ਬਣਾਈ ਹੋਈ ਹੈ ਉਸ ਕਲਾਸ ਨੂੰ ਜ਼ਰੂਰ ਵੇਖ ਲਿਆ ਜਾਵੇ, ਜਿਸ ਦਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਕਿ ਮਿਲ ਜਾਏਗਾ। ਸੋ ਥਰਡ ਕੁਐਸਚਨ ਹੈ ਸਾਡਾ, ਉਹ ਤ੍ਰੈਭੁਜ ਜਿਸ ਵਿੱਚ ਇੱਕ ਕੋਣ 90 ਡਿਗਰੀ ਹੁੰਦਾ ਹੈ ਉਸ ਨੂੰ ਸਮਕੋਣੀ ਤ੍ਰੈਭੁਜ ਆਖਦੇ ਹਨ। ਸਹੀ ਔਰ ਗਲਤ। ਇਹ ਟਰਾਇੰਗਲ ਹੈਵਿੰਗ ਵਨ ਐਂਗਲ ਇਜ਼ 90 ਡਿਗਰੀ ਇਜ਼ ਕਾਲਡ ਰਾਈਟ ਐਂਗਲ ਟਰਾਇੰਗਲ। ਸੋ ਇਹ ਸਾਡਾ ਸਹੀ ਹੈ ਜੀ, ਕਿਉਂਕਿ 90 ਡਿਗਰੀ ਦੇ ਕੋਣ ਨੂੰ ਅਸੀਂ ਕੀ ਬੋਲਦੇ ਹਾਂ, ਸਮਕੋਣ ਬੋਲਦੇ ਹਾਂ ਜਾਂ ਫਿਰ ਅਸੀਂ ਰਾਈਟ ਐਂਗਲ ਬੋਲਦੇ ਹਾਂ। ਇਸ ਲਈ ਜਿਸ ਤ੍ਰੈਭੁਜ ਦੇ ਵਿੱਚ ਇਸ ਤਰ੍ਹਾਂ ਸਾਡੇ ਕੋਲ 90 ਡਿਗਰੀ ਦਾ ਕੋਣ ਬਣ ਜਾਂਦਾ, ਉਹ ਸਾਡੇ ਕੋਲ ਕੀ ਬਣ ਜਾਂਦੀ ਹੈ, ਸਮਕੋਣੀ ਤ੍ਰੈਭੁਜ ਜਾਂ ਰਾਈਟ ਐਂਗਲ ਟਰਾਇੰਗਲ। ਸੋ ਸਾਡਾ ਹੋ ਗਿਆ ਟਰੂ, ਸਹੀ। ਚੌਥਾ ਸਵਾਲ ਹੈ ਸਾਡੇ ਕੋਲ, ਸਮਕੋਣੀ ਤ੍ਰੈਭੁਜ ਦਾ ਖੇਤਰਫਲ 1/2 ਗੁਣਾ ਡੈਸ਼ ਹੁੰਦਾ ਹੈ। ਸੋ ਦੇਖੋ ਇਹ ਸਮਕੋਣੀ ਤ੍ਰੈਭੁਜ ਹੈ, ਇਸ ਦੇ ਵਿੱਚ ਸਾਡੇ ਕੋਲ 90 ਡਿਗਰੀ ਦੇ ਸਾਹਮਣੇ ਵਾਲੀ ਸਾਈਡ ਸਾਡੇ ਕੋਲ ਹੁੰਦੀ ਹੈ ਐਚ, ਜਾਂ ਜਿਸ ਨੂੰ ਅਸੀਂ ਬੋਲ ਦਿੰਦੇ ਹਾਂ ਕਰਨ, ਜਾਂ ਅਸੀਂ ਕਹਿੰਦੇ ਹਾਂ ਹਾਈਪੋਟੀਨਿਊਜ਼। ਇਹ ਸਾਡੇ ਕੋਲ ਹੋ ਗਿਆ ਆਧਾਰ, ਇਹ ਸਾਡੇ ਕੋਲ ਹੋ ਗਿਆ ਲੰਬ, ਜਿਸ ਨੂੰ ਅਸੀਂ ਪੀ ਬੋਲਦੇ ਹਾਂ ਪਰਪੈਂਡੀਕੂਲਰ, ਇਸ ਨੂੰ ਅਸੀਂ ਬੋਲਦੇ ਹਾਂ ਬੀ ਫॉर ਬੇਸ। ਸੋ ਹੁਣ ਸਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ ਕਿ ਇੱਕ ਸਮਕੋਣ ਤ੍ਰੈਭੁਜ ਦਾ ਜਿਹੜਾ ਖੇਤਰਫਲ ਹੁੰਦਾ ਉਹ ਕੀ ਹੁੰਦਾ ਹੈ, ਕਿਉਂਕਿ ਇਸ ਦੇ ਵਿੱਚ ਸਾਡੇ ਕੋਲ ਪੀ ਅਤੇ ਬੀ ਆਉਂਦੇ ਹਨ। ਸੋ ਸਾਡੇ ਕੋਲ ਇੱਥੇ ਪੀ ਫॉर ਪਰਪੈਂਡੀਕੂਲਰ ਦਿੱਤਾ ਹੈ ਅਤੇ ਨਾਲ ਸਾਡੇ ਕੋਲ ਕੀ ਆਉਣਾ ਹੈ, ਬੀ ਫॉर ਬੇਸ। ਇੱਥੇ ਸਾਡੇ ਕੋਲ ਆਉਂਦਾ ਹੈ ਬੇਸ ਅਤੇ ਇੱਥੇ ਸਾਡੇ ਕੋਲ ਆ ਜਾਏਗਾ ਆਧਾਰ ਗੁਣਾ ਲੰਬ। ਸੋ ਇਸ ਲਈ ਜਦੋਂ ਤੱਕ ਤੁਹਾਨੂੰ ਜੋ ਚੀਜ਼ ਪੁੱਛੀ ਗਈ ਹੈ ਉਸ ਦਾ ਕਨਸੈਪਟ ਕਲੀਅਰ ਨਹੀਂ ਹੈ ਤਾਂ ਉਸ ਦਾ ਤੁਸੀਂ ਆਨਸਰ ਜਿਹੜਾ ਉਹ ਨਹੀਂ ਦੇ ਸਕਦੇ। ਦੂਸਰੀ ਆਪਸ਼ਨ ਇਹ ਹੈ ਕਿ ਤੁਹਾਨੂੰ ਜੇਕਰ ਰੱਟਾਫਿਕੇਸ਼ਨ ਕਰਨੀ ਹੈ ਜਾਂ ਰੋਟਿੰਗ ਕਰਨੀ ਹੈ ਜਾਂ ਕ੍ਰੈਮਿੰਗ ਕਰਨੀ ਹੈ ਤਾਂ ਉਹ ਤੁਹਾਡੀ ਚੋਇਸ ਹੈ, ਪਰ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਕਨਸੈਪਟ ਹੈ ਉਹ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਫਿਰ ਸਾਡੇ ਕੋਲ ਬੀ ਹੈ, ਸਾਡੇ ਕੋਲ ਸਮਕੋਣੀ ਤ੍ਰੈਭੁਜ ਦਾ ਪਰਿਮਾਪ ਡੈਸ਼ ਹੁੰਦਾ ਹੈ। ਸੋ ਦੇਖੋ ਹੁਣ ਪਰਿਮਾਪ ਦੀ ਗੱਲ ਕਰੀਏ, ਪਰਿਮਾਪ ਕੀ ਹੁੰਦਾ, ਸਾਡੇ ਕੋਲ ਕੋਈ ਵੀ ਆਕ੍ਰਿਤੀ ਉਸ ਦੀਆਂ 3 ਭੁਜਾਵਾਂ ਹੋਣ, 4 ਹੋਣ ਜਾਂ 5 ਹੋਣ, ਜਿੰਨੀਆਂ ਵੀ ਹੋਣ ਉਹਨਾਂ ਸਾਰੀਆਂ ਨੂੰ ਜੋੜ ਦਿੱਤਾ ਜਾਵੇ ਤਾਂ ਸਾਡੇ ਕੋਲ ਪਰਿਮਾਪ ਜਾਂ ਪੈਰੀਮੀਟਰ ਜਿਹੜਾ ਉਹ ਬਣ ਜਾਂਦਾ ਹੈ। ਹੁਣ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਕਿਹੜੀਆਂ ਸਾਈਡਸ ਹਨ, ਪਰਪੈਂਡੀਕੂਲਰ, ਬੇਸ ਐਂਡ ਹਾਈਪੋਟੀਨਿਊਜ਼। ਇਸ ਲਈ ਸਾਡੇ ਕੋਲ ਕੀ ਆ ਗਿਆ, ਕਰਨ ਪਲੱਸ ਆਧਾਰ ਪਲੱਸ ਸਾਡੇ ਕੋਲ ਆ ਜਾਏਗਾ ਲੰਬ। ਸੋ ਇਸ ਤਰ੍ਹਾਂ ਹੀ ਹਾਈਪੋਟੀਨਿਊਜ਼ ਆ ਜਾਏਗਾ ਸਾਡੇ ਕੋਲ, ਪਲੱਸ ਆ ਜਾਏਗਾ ਸਾਡੇ ਕੋਲ ਪਰਪੈਂਡੀਕੂਲਰ, ਪਲੱਸ ਆ ਜਾਏਗਾ ਸਾਡੇ ਕੋਲ ਬੇਸ। ਕਲੀਅਰ। ਫਿਰ ਸਾਡੇ ਕੋਲ ਆਉਂਦਾ ਹੈ ਕੁਐਸਚਨ ਨੰਬਰ 5th, ਜਿਸ ਵਿੱਚ ਸਾਡੇ ਕੋਲ ਦਿੱਤਾ ਗਿਆ ਹੈ ਕਿ ਜੇਕਰ ਐਂਗਲ ਏ ਦੇ ਸਨਮੁਖ ਭੁਜਾ ਬੀ ਸੀ ਬਰਾਬਰ ਏ ਹੁੰਦਾ ਹੈ ਤਾਂ ਐਂਗਲ ਬੀ ਅਤੇ ਸੀ ਦੀਆਂ ਸਨਮੁਖ ਭੁਜਾਵਾਂ ਬੀ ਅਤੇ ਸੀ ਨੂੰ ਸਥਾਪਿਤ ਕਰੋ। ਸੋ ਇਨ ਓਪੋਜ਼ਿਟ ਸਾਈਡ ਆਫ ਐਂਗਲ ਏ
इज इक्वल टू ए। ਹੁਣ ਦੇਖੋ ਐਂਗਲ ए है, इस दे ओपोजिट साइड ਕਿਹੜੀ ਹੈ ਸਾਡੇ ਕੋਲ ए। ਦੈਨ ਮਾਰਕ ओपोजिट ਸਾਈਡਸ ਆਫ ਐਂਗਲ बी एंड सी एज बी एंड सी ऑन फिगर। ਹੁਣ ਦੇਖੋ बी ਐਂਗਲ ए ਹੈ ਸਾਡੇ ਕੋਲ, ਇਸ ਦੇ ओपोजिट ਸਾਈਡ ਕਿਹੜੀ ਹੋ ਜਾਏਗੀ ਸਾਡੇ ਕੋਲ ए सी। ਸੋ ਇੱਥੇ ਲਿਖੋ ओपोजिट साइड ऑफ एंगल बी सेम ओपोजिट साइड ऑफ एंगल सी। सो बी ਦੇ ओपोजिट साइड ਕਿਹੜੀ ਆਉਂਦੀ ਹੈ ए सी। ਸੋ ਇਸ ਤਰ੍ਹਾਂ सी ਦੇ ओपोजिट साइड ਕਿਹੜੀ ਆ ਗਈ ਸਾਡੇ ਕੋਲ ए बी। ਤਾਂ ए सी ਜਿਹੜੀ ਹੈ ਸਾਡੇ ਕੋਲ ਇਸ ਨੂੰ ਕੀ ਲਿਖਾਂਗੇ ਅਸੀਂ बी। ਇਹ ਸਾਡੀ ਹੈ बी, ਮਤਲਬ ਕਿ ਇਹ ਸਾਈਡ ਆ ਗਈ ਸਾਡੇ ਕੋਲ बी ਸਾਈਡ, ਅਤੇ ਇਹ ਜੋ ए बी ਸਾਈਡ ਹੈ ਇਹ ਸਾਡੇ ਕੋਲ ਸਾਈਡ ਕਿਹੜੀ ਆ ਜਾਏਗੀ C ਸਾਈਡ। ਇਹ ਬਰਾਬਰ ਆ ਗਿਆ C। ਸੋ ਇਸ ਤਰ੍ਹਾਂ ਅਸੀਂ ਜਿਹੜਾ ਇਹਨਾਂ ਨੂੰ ਪਲੇਸ ਜਿਹੜਾ ਕਿ ਉਹ ਕਰ ਦਿੱਤਾ ਹੈ। ਫਿਰ ਆ ਸਾਡੇ ਕੋਲ ਕੁਐਸਚਨ ਨੰਬਰ 6 ਜਿਸ ਵਿੱਚ ਲਿਖਿਆ ਹੈ ਤ੍ਰੈਭੁਜ ਦਾ ਖੇਤਰਫਲ 1/2 ਗੁਣਾ BC ਗੁਣਾ ਡੈਸ਼ ਹੁੰਦਾ ਹੈ। ਸੋ ਪਰਿਮਾਪ ਦਿੱਤਾ ਸਾਡੇ ਕੋਲ a + b + c। ਏਰੀਆ ਆਫ ਟ੍ਰਾਇੰਗਲ 1/2 × BC × ਡੈਸ਼। ਸੋ ਅਸੀਂ ਉੱਪਰ ਸਮਕੋਣ ਤ੍ਰੈਭੁਜ ਦੇ ਬਾਰੇ ਪੜ੍ਹਿਆ ਹੈ। ਸੋ 1/2 ਸਾਡੇ ਕੋਲ ਸਮਕੋਣ ਤ੍ਰੈਭੁਜ ਜਾਂ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਹੀ ਲੱਗਦਾ ਹੈ। ਸੋ ਜਿਸ ਦਾ ਫਾਰਮੂਲਾ ਹੁੰਦਾ ਹੈ 1/2 × ਬੇਸ × ਪਰਪੈਂਡੀਕੂਲਰ। ਸੋ ਪਰਪੈਂਡੀਕੂਲਰ ਦੀ ਜਗ੍ਹਾ 'ਤੇ ਕਈ ਵਾਰ ਸਾਨੂੰ ਹਾਈਟ ਵੀ ਲਿਖਿਆ ਹੋਇਆ ਮਿਲਦਾ ਹੈ। ਠੀਕ ਹੈ, ਸੋ ਪੰਜਾਬੀ 'ਚ ਲਿਖੀਏ ਤਾਂ 1/2 × ਆਧਾਰ × ਲੰਬ। ਹੁਣ ਕਿਸੇ ਵੀ ਤ੍ਰੈਭੁਜ ਦੇ ਵਿੱਚ ਇੱਕ ਸਿਖਰ ਤੋਂ ਜਦੋਂ ਉਸ ਦੇ ਓਪੋਜ਼ਿਟ ਭੁਜਾ 'ਤੇ ਉਸ ਦੇ ਸਨਮੁਖ ਭੁਜਾ 'ਤੇ ਕੋਈ ਰੇਖਾ ਖਿੱਚੀ ਜਾਵੇ, ਮਤਲਬ ਕਿ ਇਸ ਤਰ੍ਹਾਂ ਕੋਈ ਰੇਖਾ ਬਿਲਕੁਲ ਸਿੱਧੀ ਖਿੱਚੀ ਜਾਵੇ ਤਾਂ ਉਹ ਉਸ ਤ੍ਰੈਭੁਜ ਦਾ ਲੰਬ ਜਿਹੜਾ ਉਹ ਅਖਵਾਉਂਦਾ ਹੈ। ਸੋ ਇਹਦਾ ਮਤਲਬ ਕਿ ਇਹ ਸਾਡੇ ਕੋਲ ਹੈ ਪਰਪੈਂਡੀਕੂਲਰ। ਸੋ AD ਸਾਡੇ ਕੋਲ ਕੀ ਹੈ ਇੱਕ ਲੰਬ ਜਾਂ ਅਸੀਂ ਕਹਾਂਗੇ ਪਰਪੈਂਡੀਕੂਲਰ। ਸੋ ਜਿਹੜਾ ਪਰਪੈਂਡੀਕੂਲਰ ਸਾਡੇ ਕੋਲ ਬਣਦਾ ਹੈ ਤਾਂ ਸਾਡੇ ਕੋਲ ਕਲੀਅਰ ਹੋ ਜਾਂਦਾ ਕਿ ਸਾਡੇ ਕੋਲ ਇੱਕ ਸਮਕੋਣ ਤ੍ਰੈਭੁਜ ਬਣ ਜਾਂਦੀ ਹੈ ਦੋਵਾਂ ਸਾਈਡ 'ਤੇ। ਸੋ ਇਹਦਾ ਖੇਤਰਫਲ ਹੋਏਗਾ 1/2 × ਬੇਸ। BC ਸਾਡੇ ਕੋਲ ਕੀ ਹੋਏਗਾ ਸਾਡਾ ਇੱਕ ਬੇਸ ਹੋਏਗਾ ਜਾਂ ਸਾਡਾ ਜੋ ਆਧਾਰ ਹੋਏਗਾ, ਅਤੇ ਲੰਬ ਕੀ ਹੋਏਗਾ ਸਾਡਾ AD। ਇਹ ਸਾਡਾ ਹੋ ਗਿਆ ਪਰਪੈਂਡੀਕੂਲਰ ਔਰ ਜਿਸ ਨੂੰ ਅਸੀਂ ਬੋਲਦੇ ਹਾਂ ਲੰਬ। ਸੋ ਇਹ ਸੀ ਸਾਡਾ ਕੁਐਸਚਨ ਨੰਬਰ 6। ਫਿਰ ਸਾਡਾ ਆਉਂਦਾ ਹੈ ਕੁਐਸਚਨ ਨੰਬਰ 7। ਸੋ ਕੁਐਸਚਨ ਨੰਬਰ 7 ਦੇ ਵਿੱਚ ਸਾਡੇ ਕੋਲ ਕੀ ਹੈ ਹੀਰੋ ਸੂਤਰ ਦਿੱਤਾ ਗਿਆ ਹੈ। ਹੁਣ ਇਹ ਸਾਡਾ ਚੈਪਟਰ ਦੇ ਨਾਲ ਹੀ ਰਿਲੇਟਡ ਹੈ। ਹੀਰੋ ਸੂਤਰ ਕੀ ਹੀਰੋ ਇੱਕ ਸਾਡੇ ਕੋਲ ਪਰਸਨ ਦਾ ਨਾਮ ਹੋਇਆ ਹੈ ਮੈਥਮੈਟੀਸ਼ੀਅਨ ਦਾ, ਜਿਸ ਨੇ ਸਾਨੂੰ ਇੱਕ ਤ੍ਰੈਭੁਜ ਦਾ ਖੇਤਰਫਲ ਕੱਢਣ ਦੇ ਲਈ ਫਾਰਮੂਲਾ ਦਿੱਤਾ ਜਿਸ ਨੂੰ ਅਸੀਂ ਹੀਰੋ ਸੂਤਰ ਬੁਲਾਉਂਦੇ ਹਾਂ। ਠੀਕ ਹੈ, ਇਸ ਦੇ ਇਹ ਸਾਨੂੰ ਪੂਰੀ ਜਿਹੜੀ ਇੰਟਰੋਡਕਸ਼ਨ ਦੀ ਕਲਾਸ ਜਿਹੜੀ ਹੈ ਸਾਡੀ ਇਸ ਚੈਪਟਰ ਦੀ ਉਹਦੇ ਵਿੱਚ ਸਾਰੀ ਜਾਣਕਾਰੀ ਮਿਲ ਜਾਏਗੀ। ਸੋ ਹੀਰੋ ਸੂਤਰ ਵਿੱਚ ਸਭ ਤੋਂ ਪਹਿਲਾਂ ਅਸੀਂ S ਪ੍ਰਾਪਤ ਕਰਦੇ ਹਾਂ। S ਕੀ ਹੁੰਦਾ ਸਾਡੇ ਕੋਲ ਸਮ ਆਫ ਆਲ 3 ਸਾਈਡਸ / 2। ਸੋ ਤਿੰਨੋਂ ਸਾਈਡ ਜਿਹੜੀਆਂ ਤ੍ਰੈਭੁਜ ਦੀਆਂ ਹੁੰਦੀਆਂ ਉਹਨਾਂ ਦਾ ਪਲੱਸ। ਸੋ ਉਹਨਾਂ ਦਾ ਜਦੋਂ ਪਲੱਸ ਕਰਦੇ ਹਾਂ ਤਾਂ ਉਸ ਨੂੰ ਅਸੀਂ ਬੋਲਦੇ ਹਾਂ ਪੈਰੀਮੀਟਰ। ਸੋ ਇਹ ਹੈਗਾ ਸਾਡੇ ਕੋਲ A + B + C। ਸੋ ਤੀਸਰੀ ਸਾਈਡ ਸਾਡੇ ਕੋਲ C ਹੋਏਗੀ / 2 ਔਰ S = ਜਾਂ ਇੱਥੇ ਸਾਡੇ ਕੋਲ ਆਏਗਾ ਪੈਰੀਮੀਟਰ ਜਾਂ ਅਸੀਂ ਇਸ ਨੂੰ ਲਿਖ ਦਾਂਗੇ ਪਰਿਮਾਪ। ਠੀਕ ਹੈ, ਇੱਥੇ ਲਿਖ ਲਓ ਜਾਂ ਤੁਸੀਂ P/2 ਪਰਿਮਾਪ ਇੱਧਰ ਲਿਖ ਲਓ, ਪੈਰੀਮੀਟਰ ਲਿਖ ਲਓ। ਠੀਕ ਹੈ, ਇੰਗਲਿਸ਼ 'ਚ ਹੈ ਤਾਂ ਇੱਥੇ ਪੈਰੀਮੀਟਰ ਆਏਗਾ ਸਾਡੇ ਕੋਲ, ਇੱਥੇ C ਆ ਜਾਏਗਾ। ਫਿਰ ਹੈ ਸਾਡਾ ਕੁਐਸਚਨ ਨੰਬਰ 8। ਕੁਐਸਚਨ ਨੰਬਰ 8 ਦੇ ਵਿੱਚ ਸਾਡੇ ਕੋਲ ਕੀ ਹੈ ਕਿ ਜੇਕਰ ਇੱਕ ਤ੍ਰੈਭੁਜ ਦੀਆਂ ਭੁਜਾਵਾਂ ਦਾ ਮਾਪ ABC ਹੈ ਤਾਂ ਹੀਰੋ ਸੂਤਰ ਅਨੁਸਾਰ ਤ੍ਰੈਭੁਜ ਦਾ ਖੇਤਰਫਲ ਏਰੀਆ ਆਫ ਟ੍ਰਾਇੰਗਲ ਕੀ ਹੋਏਗਾ। ਇਫ ਦ ਸਾਈਡਸ ਆਫ ਦ ਟ੍ਰਾਇੰਗਲ ਆਰ A, B ਐਂਡ C ਦੈਨ ਦ ਅਕੋਰਡਿੰਗ ਟੂ ਦ ਹੀਰੋਜ਼ ਫਾਰਮੂਲਾ ਦੀ ਏਰੀਆ ਆਫ ਟ੍ਰਾਇੰਗਲ। ਸੋ ਏਰੀਆ ਆਫ ਟ੍ਰਾਇੰਗਲ ਕੀ ਹੋਏਗਾ ਸਾਡੇ ਕੋਲ S ਤਾਂ ਅਸੀਂ ਦੇਖ ਲਿਆ ਕਿ A + B + C/2 ਹੁੰਦਾ ਹੈ ਸਾਡੇ ਕੋਲ ਪਰਿਮਾਪ ਬਟਾ 2। ਸੋ ਫਾਰਮੂਲਾ ਜਿਹੜਾ ਹੁੰਦਾ ਸਾਡੇ ਕੋਲ ਤ੍ਰੈਭੁਜ ਦੇ ਖੇਤਰਫਲ ਦਾ ਉਹ ਹੁੰਦਾ ਵਰਗਮੂਲ। ਵਰਗਮੂਲ ਦੇ ਵਿੱਚ ਸਾਡੇ ਕੋਲ ਹੁੰਦਾ S - A, S - B, S - C। ਸੋ ABC ਕੀ ਨੇ ਸਾਡੇ ਕੋਲ ਸਾਈਡਸ ਆਫ ਟ੍ਰਾਇੰਗਲ। ਸੋ ਇਹ ਹੈ ਕਿ ਸਾਡੇ ਕੋਲ ਹੁਣ ਇਸ ਸਵਾਲ ਦੇ ਵਿੱਚ ਸਾਨੂੰ ਕੁਝ ਵੀ ਇਹੋ ਜਿਹਾ ਨਹੀਂ ਦੱਸਿਆ ਗਿਆ ਕਿ ਦੱਸੋ ਇਹ ਸਹੀ ਹੈ ਜਾਂ ਗਲਤ ਹੈ, ਮਤਲਬ ਕਿ ਸਟੇਟਮੈਂਟ ਦਿੱਤੀ ਗਈ ਹੈ। ਸੋ ਉਸ ਤੋਂ ਸਾਨੂੰ ਅੰਡਰਸਟੂਡ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਕੋਲ ਜੋ ਵੀ ਲਿਖਿਆ ਹੈ ਉਹ ਸਹੀ ਹੈ। ਸੋ ਇਹਦਾ ਮਤਲਬ ਇਹ ਸਾਡੇ ਕੋਲ ਕੀ ਹੈ ਸਟੇਟਮੈਂਟ ਜੋ ਸਹੀ ਹੈ। ਫਿਰ ਸਾਡੇ ਕੋਲ ਇੱਕ ਕੁਐਸਚਨ ਦਿੱਤਾ ਗਿਆ ਹੈ 9th, ਜਿਸ ਵਿੱਚ ਸਾਨੂੰ ਕਿਹਾ ਗਿਆ ਕਿ ਤ੍ਰੈਭੁਜ ਦਾ ਖੇਤਰਫਲ ਜਿਹੜਾ ਹੈ ਉਹ ਪਤਾ ਕਰੋ। ਸੋ ਫਾਈਂਡ ਦਾ ਏਰੀਆ ਆਫ ਦਾ ਟ੍ਰਾਇੰਗਲ ਹੂ ਸਾਈਡਸ 2 ਸਾਈਡਸ ਆਫ ਵਿਚ ਆਰ 8 ਸੈਂਟੀਮੀਟਰ ਐਂਡ 11 ਸੈਂਟੀਮੀਟਰ ਐਂਡ ਦਾ ਪੈਰੀਮੀਟਰ ਦਿੱਤਾ ਗਿਆ 32 ਸੈਂਟੀਮੀਟਰ। ਸੋ ਧਿਆਨ ਨਾਲ ਸਮਝੋ ਸਾਡੇ ਕੋਲ ਜਿਹੜੀਆਂ ਵੀ ਦੋ ਸਾਈਡਸ ਹਨ, ਇੱਕ A ਹੈ ਜੋ ਹੈ ਸਾਡੇ ਕੋਲ 8 ਸੈਂਟੀਮੀਟਰ, ਦੂਸਰੀ B ਹੋਵੇਗੀ ਜੋ ਸਾਡੇ ਕੋਲ 11 ਸੈਂਟੀਮੀਟਰ, ਤੀਸਰੀ ਸਾਈਡ ਸਾਡੇ ਕੋਲ C ਜੋ ਸਾਡੇ ਕੋਲ ਗਿਵਨ ਨਹੀਂ ਹੈ। ਹੁਣ ਜਿਹੜਾ ਪੈਰੀਮੀਟਰ ਹੁੰਦਾ ਹੈ ਜਾਂ ਪਰਿਮਾਪ ਹੁੰਦਾ ਹੈ, ਠੀਕ ਆ, ਅਸੀਂ ਲਿਖਦੇ ਹਾਂ P ਫॉर ਪੈਰੀਮੀਟਰ A + B + C।
सो पैरीमीटर सानू कितना दिता गया है 32 सेंटीमीटर। ये साडे को आ गया 32 बराबर ए कितना है 8, बी कितना है 11 तो सी साडे को आ गया सी। असी पहला साइड ए पता कर लाँगे। ठीक है, साडे को आ गया 32 बराबर 11 तो 8 साडे को हो गया 19 प्लस सी साडे को सी आएगा 32 माइनस 19। सो सी आ गया साडे को 12 चों 9 माइनस करो साडे को कितना आएगा 3 अते 2 चों 1 माइनस करांगे साडे को आएगा 1। सो साडे को सी कितनी आ जाती है 13। हुण देखो फिर साडे को क्वेश्चन 8 में ही देख लो साडे को की है एस बराबर की होंदा ए प्लस बी बाय सी बटा 2। मतलब कि एस प्राप्त करना है साडे को जां तां असीं तिन्नां साइडां दा जोड़ करांगे जां साडे को ए प्लस सी किहदे बराबर है पी पैरीमीटर ते। सो साडे को आएगा पी बाय 2। सो एस साडे को आ जाएगा पी कितना है साडे को 32 बटा 2। सो 2 1 2 2 16 32 2 16 का साडे को 32 आ गया। सो एस बराबर आ गया 16। फिर साडे को आएगा त्रिभुज का खेत्रफल जां फिर जिसनों असीं गल करिए तां एरिया। खेत्रफल का मतलब एरिया बराबर है साडे को एस माइनस ए एस माइनस बी अते एस माइनस सी जो साडे को उपर गिवन दिता गया है। सो हुण साडे कोल एस कितना है उसी वो लिखते हैं। एस है साडे कोल 16 फिर साडे को गया 16 माइनस 8 16 माइनस 11 अते 16 माइनस साडे को आ जाएगा थर्ड साइड जो साडे को है 13। सो हुण असीं देखते हैं की बनता साडे को। हुण देखो ये 16 जिहड़ा वर्गमूल दे विच है। सो 16 का वर्गमूल कितना होंदा है 4। सो वर्गमूल तो बाहर साडे को आ गया 4। ये तो खत्म हो गया साडे को 16 माइनस 8 8 16 माइनस 11 5 16 माइनस 13 कितने आ गया साडे को 3 4। हुण देखो साडे को ये की है 8 नूं असीं लिखते हैं 4 गुणा 2। ठीक है, फिर असीं जिहड़ा 5 है उसनूं 5 लिखते हैं 3 नूं असीं 3 ही लिखते हैं तो साडे को आ गया 4 4 का वर्गमूल साडे को इस तक आएगा 2। सो ये भी साडे को बाहर लिखा गया। सो वर्गमूल दे विच साडे को बचिया 2 5 ते 3 गुणा 5 गुणा 3 तो साडे को सारा कुछ सेंटीमीटर सी तो इसलिए साडे को जिहड़ा खेत्रफल हुंदा है हमेशा सेंटीमीटर वर्ग दे विच जिहड़ा वो हुंदा है। साडे को आ गया 4 दूनी 8 फिर साडे को वर्गमूल 2 5 10 10 तिया 30 आ गया साडे को ते नाल आ गया साडे को सेंटीमीटर का वर्ग। सो ये आ जाता है साडे को त्रिभुज का एक खेत्रफल। सो ये सी साडी सतंबर टैसट के लिए क्लास जो जिस असीं चैप्टर किया है 12 तो कुछ इंपोर्टेंट सवालों बारे असीं गल की है। सो नैक्सट क्लास असीं इस तो नैक्सट जिहड़े क्वेश्चन होणगे उन्हां बारे गल जिहड़ी कि करांगे। सो वध तो वध बच्चों तक शेयर करो। जेकर क्लास वधिया लगी है तो लाइक कर दो। कमेंट जरूर करके दसो कि क्लास तुहानूं कोई इंप्रूवमेंट चाहिए है या कोई चेंज चाहिए है तो जरूर किया जाएगा। थैंक यू।